हाँ जी, वीडियो देख रहे सारे ਵੱਡੇ ਛੋਟਿਆਂ ਨੂੰ ਮੇਰੇ ਵੱਲੋਂ ਯਾਨੀ ਹਰਕੇਵਰ ਰੱਕੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ। ਇੱਕ ਮੁੱਦੇ ਤੇ ਵਿਚਾਰ ਕਰਦੇ ਆ ਜਿਹੜਾ ਅੱਜ ਕੱਲ ਬੜਾ ਮਸਲਾ ਭਖਿਆ ਹੋਇਆ। ਯੂਐਸ ਦੇ ਵਿੱਚ ਇਲੈਕਸ਼ਨ ਹੋਈ ਹੈ ਤੇ ਜਿਹਦੇ ਰਿਜ਼ਲਟ ਦੀ ਬੜਾ ਨੇੜੇ ਵਾਲਾ ਮੁਕਾਬਲਾ ਸੀ ਜੀ ਬਾਈਡਨ ਸਾਹਿਬ ਤੇ ਟਰੰਪ ਸਾਹਿਬ ਦਾ। ਸਾਰੀ ਦੁਨੀਆ ਦੀਆਂ ਅੱਖਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਪਰ ਗਿਣਤੀ ਚੱਲੀ ਜਾਂਦੀ ਹੈ। 3 ਤਰੀਕ ਦਾ ਇਲੈਕਸ਼ਨ ਹੋਇਆ ਹੋਇਆ, ਹਜੇ ਵੀ ਗਿਣਤੀ ਉਹ ਚੱਲੀ ਜਾਂਦੀ ਹੈ। ਲੋਕ ਕਹੀ ਜਾਂਦੇ ਵੀ ਇੰਡੀਆ ਦੇ ਵਿੱਚ ਤਾਂ ਹੀ ਸਵੇਰੇ ਇਲੈਕਸ਼ਨ ਹੁੰਦੀ ਹੈ, ਸ਼ਾਮ ਨੂੰ ਦੱਸ ਦਿੰਦੇ ਆ ਫਲਾਣਾ ਜਿੱਤ ਗਿਆ, ਗੱਲ ਖਤਮ। ਵੀ ਇੱਥੇ ਤਾਂ ਮੁੱਕੇ ਨਹੀਂ ਰਿਹਾ ਕੰਮ। 3 ਤਰੀਕ ਦੇ ਦੇਖੀ ਜਾਂਦੇ ਕੌਣ ਜਿੱਤਦਾ ਹੈ। ਪਰ ਬੜਾ ਕੰਪਲੀਕੇਟਡ ਇੱਕ ਸਿਸਟਮ ਹੈ ਇੱਥੇ ਦਾ ਯੂਐਸ ਦਾ, ਜਿਹਦੇ ਵਿੱਚ ਜਿਹੜਾ ਚੁਣਨਾ ਰਾਸ਼ਟਰਪਤੀ, ਜਿਹੜੇ ਇਲੈਕਟਰੋਲ ਵਗੈਰਾ ਚੁਣ ਕੇ ਜਿਹੜੇ ਚੁਣਦੇ ਆਗੇ, ਕਿਉਂਕਿ ਇਲੈਕਸ਼ਨ ਵੀ ਸਿੱਧੀ ਜਿਹੜੀ ਵੋਟ ਹੈ ਰਾਸ਼ਟਰਪਤੀ ਨਹੀਂ ਜਾਂਦੀ, ਕੱਲੀ ਕੱਲੀ ਸੀਟ ਤੋਂ ਇਲੈਕਟਰੋਲ ਆ ਜਿਹੜੇ ਉਹ ਚੁਣੇ ਜਾਂਦੇ ਆ। 540 ਦੇ ਉੱਪਰ ਜਿਹੜੇ ਹੈਗੇ 270 ਚਾਹੀਦੇ ਆ ਤਾਂ ਰਾਸ਼ਟਰਪਤੀ ਬਣਦਾ। ਉਹ ਫਿਰ ਥੋੜੀ ਲੰਬੀ ਵਿਚਾਰ ਚਲੇ ਜਾਊਗੀ। ਪਰ ਆ ਜਿਹੜਾ ਡਿਲੇ ਹੁੰਦਾ ਇਹਦੇ ਉੱਤੇ ਅੱਜ ਆਪਾਂ ਵਿਚਾਰ ਕਰਦੇ ਹਾਂ ਵੀ ਇਹਦੇ ਵਿੱਚ ਇੱਕ ਜਿਹੜਾ ਕਾਰਨ ਮੇਨ ਬਣਦਾ, ਕਿਉਂਕਿ ਜਿਹੜੀ ਵੋਟਿੰਗ ਇਲੈਕਸ਼ਨ ਡੇ ਵਾਲੇ ਦਿਨ ਹੋਈ ਆ ਉਹ ਤਾਂ ਸ਼ਾਮ ਨੂੰ ਗਿਣ ਹੋ ਜਾਂਦੀ ਹੈ। ਇੱਕ ਹੈਗੇ ਜਿਹੜੇ ਡਾਕ ਨਾਲ ਮੇਲ ਇਨ, ਜਿਹਨੂੰ ਬੈਲਟ ਕਹਿੰਦੇ ਆ ਜਾਂ ਜਿਹਨੂੰ ਐਬਸੈਂਟੀ ਵੋਟ ਕਿਹਾ ਜਾਂਦਾ। ਐਬਸੈਂਟੀ ਵੋਟ ਮਤਲਬ ਕਿ ਤੁਸੀਂ ਐਬਸੈਂਟ ਹੋ ਕੇ ਵੋਟ ਪਾ ਰਹੇ ਆ, ਫੇਕ ਵੋਟ ਨਹੀਂ ਕਿ ਕਿਸੇ ਬੰਦਾ ਕੋਈ ਬੰਦਾ ਐਬਸੈਂਟ ਉਹਦੀ ਜਗ੍ਹਾ ਕੋਈ ਹੋਰ ਪਾ ਗਿਆ। ਪਰ ਜਿਵੇਂ ਹੁੰਦਾ ਵੀ ਜੇ ਤੁਸੀਂ ਨਹੀਂ ਉਸ ਦਿਨ ਆ ਸਕਦੇ ਜਾਂ ਤੁਸੀਂ ਨਹੀਂ ਜਾਣਾ ਚਾਹੁੰਦੇ ਇਲੈਕਸ਼ਨ ਸੈਂਟਰ ਦੇ ਉੱਤੇ ਤੇ ਉਹ ਤੋਂ ਪਹਿਲਾਂ ਤੁਸੀਂ ਵੋਟ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਜਿਹੜੇ ਫਾਰਮ ਭੇਜੇ ਜਾਂਦੇ ਉਹ ਤੁਸੀਂ ਭਰ ਕੇ ਜਿਹੜੀ ਵੀ ਵੋਟ ਆਪਣੀ ਜਿਹਦੇ ਹੱਕ 'ਚ ਪਾਉਣੀ ਉਹ ਪਾ ਕੇ ਤੁਸੀਂ ਪੋਸਟ ਕਰ ਸਕਦੇ ਹੋ। ਹਿੰਦੁਸਤਾਨ ਦੇ ਵਿੱਚ ਹੋ ਨਹੀਂ ਸਕਦਾ ਵੀ ਇਹਦੇ ਵਿੱਚ ਬਹੁਤ ਬੜੀ ਧਾਂਦਲੀ ਹੋ ਜੂ। ਉੱਥੇ ਤਾਂ ਬੂਥਾਂ ਦੇ ਉੱਤੇ ਕਈ ਵਾਰ ਹੋ ਜਾਂਦੀ ਹੈ ਤਾਂ ਕਰਕੇ। ਪਰ ਇਹ ਇਹਨਾਂ ਦੇਸ਼ਾਂ ਦੇ ਵਿੱਚ ਚਲੋ ਦਿੱਤੀ ਹੋਈ ਹੈ ਸੁਵਿਧਾ ਲੋਕਾਂ ਨੂੰ। ਜਿਹੜੀ ਇਲੈਕਸ਼ਨ ਉਹ ਵੀ ਖਾਸ ਤੌਰ 'ਤੇ ਜਿਹੜੀ ਵਰਕਿੰਗ ਡੇ ਦੇ ਦੌਰਾਨ ਹੁੰਦੀ ਹੈ। ਹੁਣ ਇਹ ਜਿਹੜੀ ਗਿਣਤੀ ਹੈ ਚੱਲ ਰਹੀ ਹੈ ਐਸੇ ਵੋਟਾਂ ਕਰਕੇ ਰੁਕੀ ਹੋਈ ਹੈ ਕਿ ਜਿਹੜੀਆਂ ਮੇਲ ਹੋ ਕੇ ਆ ਰਹੀਆਂ, ਹਜੇ ਤੱਕ ਉਹਨਾਂ ਨੂੰ ਜਿਹੜੀ ਉਹ ਗਿਣਤੀ ਹੌਲੀ ਹੌਲੀ ਚੱਲਦੀ ਹੈ। ਜਦ ਤੱਕ ਉਹ ਡਿਕਲੇਅਰ ਨਹੀਂ ਕਰ ਸਕਦੇ, ਜਦ ਤੱਕ ਆਖਰੀ ਵੋਟ ਆ ਜਿਹੜੀ ਉਹ ਗਿਣ ਨਹੀਂ ਜੀ ਹੁੰਦੀ। ਹੁਣ ਇਸ ਵਾਰ ਕੋਵਿਡ ਕਰਕੇ ਲੋਕਾਂ ਨੇ ਜਿਹੜੀ ਵੋਟਿੰਗ ਆ ਬਹੁਤ ਜ਼ਿਆਦਾ ਜਿਹੜੀ ਮੇਲ ਕਰੀ ਹੈ ਜਾਂ ਐਬਸੈਂਟੀ ਵੋਟ ਆ ਜਿਹੜੀ ਉਹ ਬਹੁਤ ਵਧੀ ਹੈ। ਤੀਜਾ ਹਿੱਸਾ ਵੋਟਰ ਇਹ ਹੈ ਕਿ ਜਿਨ੍ਹਾਂ ਨੇ ਜਿਹੜੀ ਇਹ ਵੋਟਿੰਗ ਆ ਉਹ ਮੇਲ ਇਨ ਬੈਲਟਸ ਨਾਲ ਕਰੀ ਹੈ। ਮਤਲਬ 10 ਕਰੋੜ ਤੋਂ ਉੱਤੇ ਦੱਸਦੇ ਆ ਜਿਹੜੀ ਉਹ ਟੋਟਲ ਹੋਈ ਹੈ। ਅਤੇ 43% ਲੋਕ ਪਹਿਲਾਂ ਵੀ ਕਹਿੰਦੇ ਸੀ ਵੀ ਅਸੀਂ ਫਿਜ਼ੀਕਲੀ ਕਰਨੀ, ਬਾਕੀ ਜਿਹੜੇ ਕਹਿੰਦੇ ਸੀ ਵੀ ਅਸੀਂ ਮੇਲ ਕਰਕੇ ਵੀ ਜਿਹੜੀ ਵੋਟਿੰਗ ਕਰਨੀ। ਹੁਣ ਜਿਹੜੇ ਰਿਜ਼ਲਟ ਆਏ, ਪਹਿਲਾਂ ਜਿਵੇਂ ਸ਼ੁਰੂਆਤ ਹੋਈ 3 ਤਰੀਕ ਨੂੰ, ਪਹਿਲਾਂ ਟਰੰਪ ਸਾਹਿਬ ਤਾਂ ਕਹਿ ਵੀ ਗਏ ਸੀ ਹੌਸਲੇ 'ਚ ਵੀ ਸਵੇਰੇ ਹੁਣ ਜਿੱਤ ਦਾ ਹੀ ਐਲਾਨ ਹੋਊਗਾ, ਕਿ ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਪਰ ਉਹ ਰਾਤ ਨੂੰ ਬਦਲ ਹੋ ਗਿਆ। ਜਿਉਂ ਜਿਉਂ ਮੇਲ ਇਨ ਜਿਹੜੀਆਂ ਬੈਲਟ ਸੀ ਉਹ ਆਉਂਦੀਆਂ ਗਈਆਂ, ਬਾਈਡਨ ਸਾਹਿਬ ਦੀ ਜਿਹੜੀ ਚੜ੍ਹਾਈ ਹੁੰਦੀ ਗਈ, ਉਹਨਾਂ 'ਚ ਵੋਟਾਂ ਐਡ ਹੁੰਦੀਆਂ ਗਈਆਂ। ਅਸਲ ਇਹ ਪਹਿਲਾਂ ਹੀ ਪਤਾ ਸੀ ਵੀ ਜਿਹੜੀਆਂ ਵੋਟਾਂ ਮੇਲ ਹੋ ਕੇ ਆਉਣੀਆਂ ਉਹ ਬਾਈਡਨ ਦੇ ਹੱਕ 'ਚ ਜ਼ਿਆਦਾ ਹੋਣਗੀਆਂ, ਕਿਉਂਕਿ ਜਿਹੜੇ ਸਰਵੇਖਣ ਪਹਿਲਾਂ ਆ ਰਹੇ ਸੀ ਉਹਨਾਂ ਦੇ ਵਿੱਚ ਵੀ ਇਹੀ ਸੀ ਵੀ ਜਿਹੜੇ ਟਰੰਪ ਸਪੋਰਟਰ ਉਹ ਜ਼ਿਆਦਾਤਰ ਜਾ ਕੇ ਸੈਂਟਰਾਂ ਦੇ ਉੱਤੇ ਇਲੈਕਸ਼ਨ ਡੇ ਨੂੰ ਵੋਟ ਕਰਨਗੇ। ਜਿਹੜੇ ਬਾਈਡਨ ਵਾਲੇ ਆ ਉਹਨਾਂ 'ਚ ਬਹੁਤ ਪਰਸੈਂਟੇਜ ਉਹ ਹੋਊਗੀ ਜਿਹੜੇ ਮੇਲ ਕਰਨਗੇ। ਜਿਹੜੇ ਸਰਵੇਖਣ ਚੈਨਲਾਂ ਨੇ ਜਾਂ ਜਿਹੜੇ ਮੀਡੀਆ ਨੇ ਪਹਿਲਾਂ ਕਰੇ ਹੋਏ ਸੀ, ਜਿਹਦੇ ਵਿੱਚ ਉਹ 9% ਪੁਆਇੰਟਸ ਦੇ ਨਾਲ ਬਾਈਡਨ ਸਾਹਿਬ ਨੂੰ ਉਹ ਜਿਤਾ ਰਹੇ ਸੀ। ਅਤੇ ਉਹਦੇ ਵਿੱਚ ਇਹ ਸੀ ਕਿ ਜਿਹੜੀ ਜ਼ਿਆਦਾ ਮਤਲਬ ਜਿਹੜੀ ਇਲੈਕਸ਼ਨ ਡੇ ਦੀ ਵੋਟਿੰਗ ਆ ਉਹ ਬਹੁਤੀ ਟਰੰਪ ਦੇ ਹੱਕ ਦੇ ਵਿੱਚ ਜਾਊਗੀ। ਅਤੇ 47% ਜਿਹੜੇ ਬਾਈਡਨ ਦੇ ਸਪੋਰਟਰ ਆ ਉਹਨਾਂ ਨੇ ਕਿਹਾ ਹੋਇਆ ਸੀ ਵੀ ਅਸੀਂ ਮੇਲ ਕਰਕੇ ਉਹ ਕਰਨੀ ਹੈ। ਮਤਲਬ ਲਾ ਲਓ ਅੱਧੋ ਅੱਧ ਹੀ ਚਲੇ ਗਿਆ ਕੰਮ 47% ਵਾਲਾ। ਸਿਰਫ 11% ਟਰੰਪ ਦੇ ਸਪੋਰਟਰ ਸੀ ਸਰਵੇਖਣਾਂ ਦੇ ਵਿੱਚ, ਜਿਵੇਂ ਉਹਨਾਂ ਨੇ ਕੀਤੇ ਹੋਏ ਸੀ, ਜਿਹੜੇ ਕਹਿੰਦੇ ਸੀ ਵੀ ਅਸੀਂ ਮੇਲ ਕਰੂੰਗੇ। ਅਤੇ ਬਾਕੀ 66% ਦੇ ਕਰੀਬ ਉਹ ਸਮਰਥਕ ਸੀ ਜਿਹੜੇ ਕਹਿੰਦੇ ਸੀ ਅਸੀਂ ਪਰਸਨਲੀ ਜਾ ਕੇ ਇਲੈਕਸ਼ਨ ਡੇ ਦੇ ਉੱਤੇ ਜਿਹੜੀ ਵੋਟ ਕਰੂੰਗੇ। ਸੋ ਉੱਥੋਂ ਪਹਿਲਾਂ ਹੀ ਪਤਾ ਸੀ ਵੀ ਜਿਹੜੀ ਆ ਮੇਲ ਵਾਲੀ ਵੋਟਿੰਗ ਆ ਉਹ ਬਾਈਡਨ ਦੇ ਹੱਕ ਦੇ ਵਿੱਚ ਜ਼ਿਆਦਾ ਜਾਊਗੀ, ਜਿਹਨੇ ਬਾਅਦ ਦੇ ਵਿੱਚੋਂ ਨਤੀਜੇ ਪਹਿਲੀ ਸ਼ਾਮ ਤੋਂ ਬਾਅਦ ਬਦਲਣੇ ਸ਼ੁਰੂ ਹੋਏ ਆ। ਕਿਉਂਕਿ ਜਿਹੜੀ ਇਲੈਕਸ਼ਨ ਡੇ ਵਾਲੀ ਵੋਟਿੰਗ ਸੀ ਉਹ ਉਸੇ ਸ਼ਾਮ ਨੂੰ ਗਿਣ ਹੋ ਗਈ, ਜਿਹਦੇ ਕਰਕੇ ਟਰੰਪ ਸਾਹਿਬ ਬੜੀ ਲੀਡ ਲੈ ਗਏ ਸੀ। ਪਰ ਬਾਅਦ ਦੇ ਵਿੱਚੋਂ ਜਿਹੜੇ ਉਹ ਰਿਜ਼ਲਟ ਆ ਸਾਰੇ ਬਦਲਣੇ ਸ਼ੁਰੂ ਹੋ ਗਏ। ਹੁਣ ਟਰੰਪ ਦੇ ਸਪੋਰਟਰਾਂ ਨੇ ਕਿਉਂ ਜਾ ਕੇ ਇਲੈਕਸ਼ਨ ਕਰੀ, ਉਹਦੇ ਕਈ ਕਾਰਨ ਆ। ਇੱਕ ਤਾਂ ਉਹਨਾਂ ਨੇ ਆਪ ਲੋਕਾਂ ਨੂੰ ਕਿਹਾ ਕਿ ਜੇ ਤੁਸੀਂ ਮੇਲ ਇਨ ਕਰੋਗੇ ਇਹਦੇ ਵਿੱਚ ਘਪਲਾ ਹੋ ਸਕਦਾ, ਤੁਹਾਡੀਆਂ ਵੋਟਾਂ ਦੂਜੇ ਪਾਸੇ ਜਾ ਸਕਦੀਆਂ, ਤੁਸੀਂ ਖੁਦ ਵੋਟਿੰਗ ਕਰਿਓ, ਐਨਕਰੇਜ ਕਰਿਆ ਲੋਕਾਂ ਨੂੰ। ਦੂਜਾ ਇਹ ਸੀ ਵੀ ਜਿਹੜੀ ਕੋਵਿਡ-19 ਨੂੰ ਹਊਆ ਨਾ ਬਣਾ ਕੇ, ਜਿਵੇਂ ਪਹਿਲਾਂ ਤੋਂ ਪ੍ਰਚਾਰ ਟਰੰਪ ਸਾਹਿਬ ਕਰ ਰਹੇ ਸੀ ਇਹ ਕੁਛ ਨਹੀਂ ਹੈ, ਸੋ ਉਹਨੂੰ ਅਵੋਇਡ ਕਰਨ ਦੀ ਜਗ੍ਹਾ ਤੁਸੀਂ ਆਪ ਜਾਓ ਉੱਥੇ ਅਤੇ ਆਪ ਇਲੈਕਸ਼ਨ ਕਰੋ, ਤਾਂ ਕਿ ਲੋਕਾਂ ਨੂੰ ਇਹ ਸੰਦੇਸ਼ ਜਾਵੇ ਵੀ ਇਹ ਐਡੀ ਵੱਡੀ ਪ੍ਰੋਬਲਮ ਹੈ ਨਹੀਂ ਸੀ।
ਤੇ ਉਹਦੇ ਕਰਕੇ ਉਹਦੇ ਸਮਰਥਕ ਆ ਜਿਹੜੇ ਜ਼ਿਆਦਾ ਇਲੈਕਸ਼ਨ ਡੇ ਉੱਤੇ VOTING ਕਰਨ ਵਾਸਤੇ ਪਹੁੰਚੇ ਸੀ। ਹੁਣ ਇਹ ਸਾਰੀ ਜਿਹੜਾ ਸਰਵੇਖਣ ਵਾਲਿਆਂ ਨੇ ਜਿਵੇਂ ਕੀਤਾ ਸੀ, ਸਾਰੀ ਪਰਸੈਂਟੇਜ ਮਿਲਾ ਕੇ ਉਹਦੇ ਵਿੱਚੋਂ 9% ਦਾ ਜਿਹੜਾ ਉਹ ਡਿਫਰੈਂਸ ਆਉਂਦਾ ਸੀ, ਜਿਹਦੇ ਵਿੱਚ ਬਾਈਡਨ ਸਾਹਿਬ ਜਿਤਾਏ ਜਾ ਰਹੇ ਸੀ ਸਾਰੇ ਸਰਵੇਖਣਾਂ ਦੇ ਮੁਤਾਬਕ। ਕਿਉਂਕਿ ਫਿਜ਼ੀਕਲ ਵੋਟ ਨਾਲ ਇਹ ਦੱਸਿਆ ਵੀ ਜਿਹੜੀ 33% ਟਰੰਪ ਲੀਡ ਕਰੂਗਾ, ਪਰ ਜਦੋਂ ਮੇਲ ਇਨ ਆਊਗੀ ਤਾਂ ਉਹਦੇ ਵਿੱਚ 66% ਆ ਜਿਹੜਾ ਬਾਈਡਨ ਲੀਡ ਕਰੂਗਾ। ਇਹ ਪਹਿਲਾਂ ਸਰਵੇਖਣਾਂ ਦੇ ਵਿੱਚ ਸੀ, ਸੋ ਉਹਨਾਂ ਨੂੰ ਜਮ੍ਹਾਂ ਘਟਾਓ ਕਰਕੇ ਨਿਕਲਿਆ ਸੀ ਵੀ 9% ਨਾਲ ਬਾਈਡਨ ਸਾਹਿਬ ਜਿੱਤਣਗੇ। ਹੁਣ ਜਿਵੇਂ ਪਹਿਲਾਂ ਦੱਸਿਆ ਬਹੁਤ ਜ਼ਿਆਦਾ ਇਸ ਵਾਰ VOTING ਹੋਈ ਆ, ਤੀਜਾ ਹਿੱਸਾ ਵੋਟ ਆ ਜਿਹੜੀ ਉਹ ਮੇਲ ਦੇ ਨਾਲ ਜਿਹੜੀ ਆਈ ਹੈ ਜੀ। ਹੁਣ ਜਿਹੜਾ ਸਿਸਟਮ ਆ ਬੜਾ ਕੰਪਲੀਕੇਟਡ ਆ, ਸਿਸਟਮ ਇਹ ਅਲੱਗ ਆ। ਜੇ ਆਪਾਂ ਹਿੰਦੁਸਤਾਨ ਨਾਲ ਕੰਪੇਅਰ ਕਰੀਏ, ਇੱਥੇ ਬਿਲਕੁਲ ਅਲੱਗ ਇੱਕ ਸਿਸਟਮ ਆ, ਅਲੱਗ-ਅਲੱਗ ਰੂਲ ਆ, ਕੋਈ ਇਲੈਕਸ਼ਨ ਕਮਿਸ਼ਨ ਨਹੀਂ ਹੈਗਾ, ਵਰਕਿੰਗ ਡੇ ਵਾਲੇ ਦਿਨ ਵੋਟਾਂ ਹੁੰਦੀਆਂ, ਤੇ ਜਿਹੜਾ ਮੇਲ ਇਨ ਵਾਲੀ ਸੁਵਿਧਾ ਲੋਕਾਂ ਨੂੰ ਦਿੱਤੀ ਹੋਈ ਹੈ ਜਿਹੜੀ ਆਮ ਆਪਣੇ ਮੁਲਕਾਂ 'ਚ ਦਿੱਤੀ ਨਹੀਂ ਹੁੰਦੀ। ਹਰੇਕ ਸਟੇਟ ਦੇ ਆਪਣੇ ਰੂਲ ਆ, ਈਵਨ ਸਟੇਟ ਦੇ ਵਿੱਚ ਕਾਊਂਟੀਜ਼ ਆ ਜਿਹੜੀਆਂ ਅੱਗੇ ਆਪਾਂ ਕਹਿ ਲਈ ਮਿਊਨਿਸਪੈਲਿਟੀਜ਼ ਆ, ਉਹਨਾਂ ਦੇ ਵੀ ਆਪਣੇ ਆਪਣੇ ਰੂਲ ਆ ਜਿਨ੍ਹਾਂ ਨੂੰ ਰਾਸ਼ਟਰਪਤੀ ਤੱਕ ਚੈਲੰਜ ਨਹੀਂ ਕਰ ਸਕਦਾ, ਉਹਨਾਂ ਨੇ ਆਪਣੇ ਹਿਸਾਬ ਨਾਲ VOTING ਕਰਨੀ ਹੈ। ਸੋ ਸਟੇਟਾਂ ਦੇ ਅੱਗੇ ਉਹਨਾਂ ਦੇ ਆਪਣੇ ਆਪਣੇ ਰੂਲ ਆ, ਤਾਂ ਕਰਕੇ ਹਰੇਕ ਚੀਜ਼ ਦਾ ਜਿਹੜੀ VOTING ਆ ਉਹ ਹਰੇਕ ਸਟੇਟ ਦੇ ਵਿੱਚ, ਬਲਕਿ ਹਰੇਕ ਕਾਊਂਟੀ ਦੇ ਵਿੱਚ ਵੀ ਕਈ ਜਗ੍ਹਾ ਅਲੱਗ-ਅਲੱਗ ਤਰੀਕੇ ਨਾਲ ਹੁੰਦੀ ਹੈ। ਸਾਰੇ ਦੇਸ਼ ਦਾ ਜਿਹੜਾ ਇੱਕੋ ਸਿਸਟਮ ਨਹੀਂ ਹੈਗਾ ਇਲੈਕਸ਼ਨ ਦਾ, ਤੇ ਇਹਦਾ ਚੀਫ ਇਲੈਕਟੋਰਲ ਆਫਿਸਰ ਜਿਹੜਾ ਚੁਣਿਆ ਜਾਂਦਾ, ਪਰ ਇਲੈਕਸ਼ਨ ਕਮਿਸ਼ਨ ਇੱਥੇ ਜਿਹੜਾ ਸਾਰੇ ਦੇਸ਼ ਦਾ ਕੋਈ ਹੈ ਨਹੀਂ ਜੀ। ਤੇ ਵੋਟਾਂ ਦੀ ਰਜਿਸਟ੍ਰੇਸ਼ਨ ਇੰਡੀਆ ਵਾਲਾ ਆਪਣਾ ਕੰਮ ਨਹੀਂ ਵੀ ਆਪਣੇ ਘਰ ਬੰਦੇ ਆਉਂਦੇ ਜੀ ਉਹ ਰਜਿਸਟਰ ਕਰਦੇ ਆ, ਤੁਸੀਂ ਆਪ ਤੁਹਾਨੂੰ ਜਿਹੜੀਆਂ ਉਹ ਰਜਿਸਟਰ ਕਰਾਉਣੀਆਂ ਪੈਣੀਆਂ ਜੀ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹਰੇਕ ਸਟੇਟ ਦੇ ਫਿਰ ਰੂਲ ਅਲੱਗ ਆ। ਕਈ ਸਟੇਟ 'ਚ ਤੁਸੀਂ ਕੋਈ ਜੁਰਮ ਕਰ ਦਿਓ, ਤੁਸੀਂ ਜਿਵੇਂ ਫਲੋਰੀਡਾ ਦੀ ਐਗਜ਼ਾਮਪਲ ਹੈ ਕਿ ਤੁਸੀਂ ਕਿਸੇ ਜੁਰਮ 'ਚ ਕਨਵਿਕਟ ਹੋ ਗਏ ਤਾਂ ਤੁਸੀਂ VOTING ਨਹੀਂ ਕਰ ਸਕਦੇ। ਜੁਰਮ ਕੋਈ ਵੀ ਹੋ ਸਕਦਾ, ਕਨਵਿਕਸ਼ਨ ਛੋਟੀ ਮੋਟੀ ਜੇਬ ਕਤਰਾ ਵੀ ਹੋ ਸਕਦੇ ਆ, ਤੁਸੀਂ ਛੋਟਾ ਮੋਟਾ ਕੋਈ ਜੁਰਮ ਹੋ ਗਿਆ ਉਹ 'ਚ ਕਨਵਿਕਸ਼ਨ ਤੁਹਾਡੀ ਹੋ ਗਈ, ਤੁਹਾਡੀ ਜਿਹੜੀ ਵੋਟ ਵਾਲਾ ਰਾਈਟ ਆ ਉਹ ਤੁਹਾਡਾ ਚਲੇ ਗਿਆ। ਹੁਣ ਕਈ ਕਮਿਊਨਿਟੀਆਂ, ਹੁਣ ਮੈਂ ਨਾਂ ਤਾਂ ਲੈਣਾ ਨਹੀਂ ਚਾਹੁੰਦਾ, ਜਿਹੜੀਆਂ ਜੁਰਮ ਦੇ ਵਿੱਚ ਬਹੁਤ ਜੁਰਮ ਵਾਲੀ ਜਿਹੜੀ ਦਰ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ, ਉਹਨਾਂ ਦੇ ਬਹੁਤ ਵੋਟਰ ਤਾਂ ਹੀ ਐਲੀਜੀਬਲ ਨਹੀਂ ਰਹਿੰਦੇ ਵੀ ਉਹ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਕਨਵਿਕਟ ਜਿਹੜੇ ਹੋ ਜਾਂਦੇ। ਬਾਕੀ ਇਲੈਕਸ਼ਨ ਜਿਹੜਾ ਆਫਿਸਰ ਆ ਉਹਦੇ ਕੋਲ ਕੋਈ ਪਾਵਰ ਨਹੀਂ ਉਹ ਕਿਸੇ ਕਾਊਂਟੀ ਦੇ ਰੂਲ ਨੂੰ ਚੈਲੰਜ ਕਰ ਸਕੇ ਜਾਂ ਕਿਸੇ ਸਟੇਟ ਦੇ ਰੂਲ ਨੂੰ ਜਿਹੜਾ ਉਹ ਚੈਲੰਜ ਕਰ ਸਕੇ। ਹੁਣ ਜਿਹੜੇ ਮੇਲ ਇਨ ਵੋਟਾਂ ਆਉਣੀਆਂ ਜਿਹਦਾ ਰੌਲਾ ਪਿਆ ਹੋਇਆ ਹੁਣ ਸਾਰੇ ਪਾਸੇ, ਉਹਦੇ ਵਾਸਤੇ ਵੀ ਹਰੇਕ ਸਟੇਟ ਦੇ ਆ ਜਿਹੜੇ ਆਪਣੇ ਰੂਲ ਆ ਜੀ। ਕੋਈ ਸਟੇਟ ਕਹਿੰਦੀ ਸਾਡੇ ਕੋਲ ਵੋਟ ਇੰਨੇ ਦਿਨਾਂ ਤੱਕ ਪਹੁੰਚ ਗਈ ਅਸੀਂ ਲੈ ਲੂੰਗੇ, ਕੋਈ ਕਹਿੰਦੇ ਇਲੈਕਸ਼ਨ ਡੇ ਤੱਕ ਚਾਹੀਦੀ ਹੈ। ਸੋ ਰੂਲਾਂ ਦਾ ਜਿਵੇਂ ਅਲੱਗ-ਅਲੱਗ ਜਿੰਨਾ ਕੁ ਪਤਾ ਲੱਗਿਆ ਤੁਹਾਨੂੰ ਦੱਸਦਾ ਮੈਂ ਕਿ ਉਹ ਪ੍ਰੋਸੈਸ ਕਿਵੇਂ ਕਰੀ ਜਾਂਦੀ ਹੈ, ਕਿ ਕਿਹੜੀਆਂ ਨੂੰ ਐਕਸੈਪਟ ਕਰਿਆ ਜਾਂਦਾ, ਕਿਹੜੀਆਂ ਫਿਰ ਐਕਸੈਪਟ ਨਹੀਂ ਕਰੀਆਂ ਜਾਂਦੀਆਂ ਜਾਂ ਉਹ ਲੇਟ ਮੰਨੀਆਂ ਜਾਂਦੀਆਂ। ਹੁਣ ਕਈਆਂ ਸਟੇਟਾਂ ਦੇ ਵਿੱਚ ਤਾਂ ਉਹ ਜਿਹੜੀ ਪੋਸਟ ਵਾਲੀ ਵੋਟ ਆ ਉਹ ਇਲੈਕਸ਼ਨ ਡੇ ਤੱਕ ਆਉਣੀ ਚਾਹੀਦੀ ਹੈ, ਕਈਆਂ ਦੇ ਵਿੱਚ ਉਹ 3 ਦਿਨ ਤੱਕ ਲੈ ਲੈਂਦੇ, ਅਗਲੇ 3 ਦਿਨ ਤੱਕ, ਕਈਆਂ ਦੇ ਵਿੱਚ ਉਹ ਅਗਲੇ 9 ਦਿਨ ਜਾਂ 10 ਦਿਨ ਤੱਕ ਵੀ ਲੈ ਲੈਂਦੇ। ਬਸ ਉਹਦੇ ਪਰ ਜਿਹੜੀ ਸਟੈਂਪ ਹੈ ਜਿੱਦਣ ਉਹ ਪੋਸਟ ਕਰੀ ਗਈ ਆ ਉਹ ਇਲੈਕਸ਼ਨ ਡੇ ਦੀ ਹੋਣੀ ਚਾਹੀਦੀ ਹੈ। ਚਿੱਠੀ ਚਾਹੇ ਰੁਲ ਖੁਲ ਕੇ 9 ਦਿਨ ਬਾਅਦ ਆ ਜਾਵੇ, ਉਹ ਵੀ ਵੋਟ ਆ ਜਿਹੜੀ ਗਿਣੀ ਜਾਊਗੀ। ਪੈਨਸਿਲਵੇਨੀਆ ਜਿਹਦਾ ਰੌਲਾ ਹੁਣ ਪਿਆ ਹੋਇਆ ਜਿਹਦੀ ਇਲੈਕਸ਼ਨ ਦਾ, ਕਿਉਂਕਿ ਉੱਥੇ ਰਿਜ਼ਲਟ ਨਹੀਂ ਆ ਰਿਹਾ, ਉਹਦਾ ਰੀਜ਼ਨ ਇਹੀ ਬਣਿਆ ਹੋਇਆ ਕਿ ਉਹ 3 ਦਿਨਾਂ ਤੱਕ, ਜਿਹੜੇ ਅਗਲੇ 3 ਦਿਨਾਂ ਤੱਕ ਦੀ ਜਿਹੜੀ ਮੇਲ ਆ ਉਹਦੀ ਵੇਟ ਕਰਦੇ ਆ। ਹਜੇ ਤਾਂ ਉਹਦੀ ਕਾਊਂਟਿੰਗ ਚੱਲਦੀ ਰਹੂਗੀ, ਜਿਹੜੀ ਕਾਊਂਟਿੰਗ ਚੱਲਦੀ ਰਹੂਗੀ, ਪਰ ਉਹਦੇ ਪਰ ਸਟੈਂਪ ਜਿਹੜੀ ਇਲੈਕਸ਼ਨ ਡੇ ਆ ਉਹਦੇ 5 ਵਜੇ ਤੋਂ ਪਹਿਲਾਂ ਦੀ ਜਿਹੜੀ ਲੱਗੀ ਵੀ ਚਾਹੀਦੀ ਹੈ ਜਦੋਂ ਪੋਸਟ ਕਰੀ ਗਈ। ਹੁਣ ਪਹਿਲਾਂ ਉਹਦੀ ਵੈਲਿਡਿਟੀ ਦੇਖੀ ਜਾਊਗੀ ਵੋਟ ਦੀ, ਉਹ ਛਾਂਟੀਆਂ ਜਾਂਦੀਆਂ ਕਿ ਜਿਹੜੀਆਂ 5 ਤੋਂ ਬਾਅਦ ਸਟੈਂਪ ਹੋਈਆਂ ਉਹ ਜਿਹੜੀਆਂ ਲੈਣੀਆਂ ਨਹੀਂ ਉਹ ਖਾਰਜ ਕਰੀਆਂ ਜਾਣਗੀਆਂ, ਜਿਹੜੀਆਂ 5 ਤੋਂ ਪਹਿਲਾਂ ਉਹ ਰੱਖੀਆਂ ਜਾਣਗੀਆਂ, ਫਿਰ ਉਹ ਕਾਊਂਟ ਹੁੰਦੀਆਂ, ਫਿਰ ਜਿਹੜਾ ਅੱਗੇ ਰਿਜ਼ਲਟ ਆਉਂਦਾ, ਜਿਹਦੇ ਕਰਕੇ ਇੰਨੇ ਦਿਨ ਲੱਗਦੇ। 3 ਦਿਨ ਉਹ ਉਹਨਾਂ ਜਿਹੜੀਆਂ ਮੇਲ ਇਨ ਬੈਲਟਸ ਆਉਂਦੀ ਵੇਟ ਜਿਹੜੀ ਕਰੀ ਜਾਂਦੀ ਹੈ ਜੀ। ਤੇ ਫਿਰ ਇਹ ਗਿਣਤੀ ਆ, ਹੁਣ ਮੰਨ ਲਓ ਕੋਈ ਸਟੇਟ 9-10 ਦਿਨ ਤੱਕ ਵੋਟਾਂ ਲੈਂਦੀ ਹੈ, ਹੁਣ ਉਹ ਪਹਿਲਾ ਰਿਜ਼ਲਟ ਤਾਂ ਡਿਕਲੇਅਰ ਕਰ ਨਹੀਂ ਸਕਦੀ ਕਿਉਂਕਿ ਜਦ ਤੱਕ 10 ਦਿਨ ਹੁੰਦੇ ਨਹੀਂ, ਹੋ ਸਕਦਾ ਉਦਣ 1 ਵੋਟ ਆਵੇ 2 ਆਵੇ, ਜਦ ਤੱਕ ਉਹ ਗਿਣਨੀ ਹੁੰਦੀ ਹੈ ਜਦ ਤੱਕ ਉਹ ਰਿਜ਼ਲਟ ਨਹੀਂ ਦੇ ਸਕਦੀ। ਸੋ ਇਹਦੇ ਚੱਲਦੇ ਮਤਲਬ ਹਜੇ ਜਿਹੜੇ ਇਹ ਰਿਜ਼ਲਟ ਆ ਰਹੇ ਹੈ ਕੋਈ ਅਫੀਸ਼ੀਅਲ ਰਿਜ਼ਲਟ ਨਹੀਂ ਹੁੰਦਾ, ਨਾ ਕਿਸੇ ਸਟੇਟ ਦਾ ਰਿਜ਼ਲਟ ਹੈ, ਸਿਰਫ ਵੋਟਾਂ ਦੇ ਹਿਸਾਬ ਨਾਲ ਇਹ ਪਤਾ ਲੱਗੀ ਜਾਂਦਾ ਮੀਡੀਆ 'ਚ, ਜਿਵੇਂ ਵੀ ਆਹ ਸੀਟ ਵੀ ਇਹਨੂੰ ਚਲੇਗੀ, ਆਹ ਸੀਟ ਇਹਨੂੰ ਚਲੇਗੀ, ਆਹ ਇਲੈਕਟੋਰਲ ਕਾਲਜ ਇਹਨੂੰ ਚਲੇ ਗਿਆ, ਉਹਨੂੰ ਚਲੇ ਗਿਆ, ਉਹਦੇ ਅੰਦਾਜ਼ੇ ਆ। ਪਰ ਕੋਈ ਵੀ ਸਟੇਟ ਆ ਜਿਹੜੀ ਇਹਦੇ ਵਿੱਚ ਕੋਈ ਵੀ ਐਲਾਨ ਜਿਹੜਾ ਉਹ ਕਰਦੀ ਨਹੀਂ ਹੈਗੀ। ਹੁਣ ਜਿਹੜਾ ਸਟੇਟ ਨੇ ਸਰਟੀਫਿਕੇਟ ਦੇਣਾ ਜਿੱਤ ਵਾਲਾ, ਹਜੇ 3 ਨਵੰਬਰ ਦੀ ਇਲੈਕਸ਼ਨ ਹੋਈ ਵੀ ਆ,
ਉਹ ਜਿੱਤ ਵਾਲੀ ਜਿਹੜੀ ਸਰਟੀਫਿਕੇਸ਼ਨ ਆ ਮਤਲਬ ਦੇਣੀ ਹਰੇਕ ਸਟੇਟ ਨੇ ਉਹ 8 ਦਸੰਬਰ ਤੱਕ ਜਮ੍ਹਾਂ ਕਰਾਉਣੀ। 8 ਦਸੰਬਰ ਨੂੰ ਜਾ ਕੇ ਰਿਜ਼ਲਟ ਦੇਖਣਾ ਸਟੇਟ ਨੇ ਦੇਣਾ। ਜਦ ਤੱਕ ਸਾਰੀਆਂ ਜਿਹੜੀਆਂ ਆਉਂਦੀਆਂ ਹਜੇ ਰਸਤੇ ਜਾਂ ਡਾਕੀਏ ਚੱਕੀ ਫਿਰਦੇ ਆ, ਜਦ ਤੱਕ ਉਹ ਵੀ ਕਾਊਂਟ ਨਹੀਂ ਹੁੰਦੀਆਂ। ਉਹ ਤੋਂ ਬਾਅਦ ਫਿਰ ਪੂਰੀ ਕਾਰਵਾਈ ਤੋਂ ਬਾਅਦ 8 ਦਸੰਬਰ ਨੂੰ ਜਿਹੜਾ ਅਸਲੀ ਅਫੀਸ਼ੀਅਲ ਰਿਜ਼ਲਟ ਹਰੇਕ ਸਟੇਟ ਨੇ ਆਪਣਾ ਜਮ੍ਹਾਂ ਕਰਾਉਣਾ। ਉਹ ਤੋਂ ਬਾਅਦ ਫਿਰ 14 ਦਸੰਬਰ ਨੂੰ ਜਾ ਕੇ ਜਿਹੜੇ ਉਹ ਇਲੈਕਟਰੋਲ ਆ ਉਹ ਇਕੱਠੇ ਹੋ ਕੇ ਆਪਣਾ ਨਵਾਂ ਰਾਸ਼ਟਰਪਤੀ ਚੁਣਨਗੇ। ਐਡਾ ਲੰਬਾ ਕੰਮ ਆ, ਹਜੇ 3 ਨਵੰਬਰ ਦੀ ਇਲੈਕਸ਼ਨ ਹੋਈ ਹੈ। ਤੇ ਹਰੇਕ ਦੇ ਜਿਵੇਂ ਅਲੱਗ-ਅਲੱਗ ਮੈਂ ਦੱਸਿਆ ਕਿ ਜਿਹੜੀਆਂ ਹੁਣ ਇਹ ਵੋਟਾਂ ਦਾ ਰੌਲਾ ਮੇਲ ਨੇ, ਜਿਹੜੀਆਂ ਮੇਲ ਹੋ ਕੇ ਆ ਰਹੀਆਂ 50 ਦੇ ਵਿੱਚੋਂ 40 ਸਟੇਟਾਂ ਉਹ ਜਿਹੜੀਆਂ ਇਲੈਕਸ਼ਨ ਡੇ ਤੱਕ ਦੀ ਜਿਹੜੀ ਸਟੈਂਪਿੰਗ ਵਾਲੀਆਂ ਉਹ ਲੈਂਦੀਆਂ, ਉਹ ਜਿਹੜੀ ਐਕਸੈਪਟ ਕਰਦੀਆਂ। ਉਹ ਬਾਕੀਆਂ ਦੇ ਅਲੱਗ ਰੂਲ ਆ। ਕਈ ਕਹਿੰਦੇ ਆ ਵੀ ਸਾਨੂੰ ਜਿਹੜੀਆਂ ਇਲੈਕਸ਼ਨ ਡੇ ਤੋਂ ਪਹਿਲਾਂ ਤੱਕ ਦੀ ਜਿਹੜੀ ਚਾਹੀਦੀ ਹੈ, ਕਈ ਬਾਅਦ ਤੱਕ ਵੀ ਜਿਹੜੀਆਂ ਐਕਸੈਪਟ ਕਰ ਲੈਂਦੇ ਆ। ਉਹ 6 ਸਟੇਟਾਂ ਜਿਹਦੇ ਵਿੱਚ ਵਿਸਕੌਨਸਿਨ ਆਉਂਦੀ ਹੈ, ਪੈਨਸਿਲਵੇਨੀਆ ਆਉਂਦੀ ਹੈ, ਕਿ ਜਿਹੜੇ ਇਲੈਕਸ਼ਨ ਡੇ ਤੱਕ ਗਿਣਦੇ ਆ ਤੇ ਅਗਲੇ 3 ਦਿਨ ਤੱਕ ਉਹ ਲੈ ਲੈਂਦੇ ਆ। 17 ਸਟੇਟਾਂ ਜੀ 'ਚ ਐਰੀਜ਼ੋਨਾ, ਫਲੋਰੀਡਾ ਆਉਂਦੀ ਹੈ। ਤੇ ਉਹਦੇ ਵਿੱਚ ਹੁਣ ਕਾਊਂਟਿੰਗ ਵਾਲਾ ਜੀ ਇੱਕ ਹੋਰ ਹਿਸਾਬ ਤੁਹਾਨੂੰ ਦੱਸ, ਕਾਊਂਟਿੰਗ ਉੱਥੇ ਕਿਵੇਂ ਹੁੰਦੀ ਹੈ। ਇਹ ਨਹੀਂ ਵੀ ਆਪਣੇ ਵਾਲਾ ਹਿਸਾਬ ਇੰਡੀਆ ਵਾਲਾ ਵੀ ਇਲੈਕਸ਼ਨ ਖਤਮ ਹੋ ਗਈ ਕਾਊਂਟਿੰਗ ਸ਼ੁਰੂ ਹੋ ਗਈ। ਇੱਥੇ ਪਹਿਲਾਂ ਵੀ ਚੱਲ ਪੈਂਦੀ ਹੈ ਕਾਊਂਟਿੰਗ। 17 ਸਟੇਟਾਂ ਜੀ 'ਚ ਐਰੀਜ਼ੋਨਾ, ਫਲੋਰੀਡਾ ਆਉਂਦੀ ਹੈ, ਜਿਹਦੇ ਵਿੱਚ ਇਲੈਕਸ਼ਨ ਹੈ ਜਿਹੜੀ ਉਹ ਜਿਹੜੀ ਕਾਊਂਟਿੰਗ ਆ ਉਹ ਇਲੈਕਸ਼ਨ ਡੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਿਹੜੀਆਂ ਵੋਟਾਂ ਐਡਵਾਂਸ ਪੋਲਿੰਗ ਹੈ ਜਿਹੜੀ, ਜਾਂ ਜਿਹੜੀਆਂ ਮੇਲ ਹੋ ਕੇ ਪਹਿਲਾਂ ਆਉਣ ਲੱਗੀਆਂ, ਇੱਕ ਐਡਵਾਂਸ ਪੋਲਿੰਗ ਦੀ ਇੱਥੇ ਸੁਵਿਧਾ ਦਿੱਤੀ ਜਾਂਦੀ ਹੈ। ਇਲੈਕਸ਼ਨ ਡੇ ਤੋਂ ਤੁਸੀਂ ਪਹਿਲਾਂ ਵੀ ਜਾ ਕੇ ਵੋਟ ਕਰ ਸਕਦੇ ਆ। ਸੈਂਟਰ ਬਣਾ ਦਿੱਤੇ ਜਾਂਦੇ ਆ ਉਰੇ, ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਵੋਟ ਆ ਉਹ ਡਰੋਪ ਕਰ ਦਿੰਦੇ। ਜੇ ਤੁਸੀਂ ਇਲੈਕਸ਼ਨ ਡੇ ਵਾਲੇ ਦਿਨ ਧੱਕੇ ਮੁੱਕੇ 'ਚ ਨਹੀਂ ਜਾਣਾ ਚਾਹੁੰਦੇ, ਲਾਈਨਾਂ 'ਚ ਨਹੀਂ ਖੜਨਾ ਚਾਹੁੰਦੇ, ਹਰੇਕ ਸਟੇਟ ਦਾ ਉਹਦੇ ਵਾਸਤੇ ਵੀ ਅਲੱਗ ਰੂਲ ਹੈ। ਤਾਂ ਤੁਸੀਂ ਉਹ ਜਿਹੜੀਆਂ ਵੋਟਾਂ ਆ ਗਈਆਂ ਕੁਛ ਮੇਲ ਇਨ ਵਾਲੀਆਂ, ਉਹ ਜਿਹੜੀ ਕਾਊਂਟਿੰਗ ਉਹ ਇਲੈਕਸ਼ਨ ਡੇ ਤੋਂ ਵੀ ਪਹਿਲਾਂ ਹੀ ਜਿਹੜੀ ਕਈ ਸਟੇਟਾਂ ਉਹ ਸ਼ੁਰੂ ਕਰ ਦਿੰਦੀ। ਜਿਵੇਂ 17 ਸਟੇਟਾਂ ਜੀ 'ਚ ਐਰੀਜ਼ੋਨਾ ਆਉਂਦੀ ਹੈ, ਫਲੋਰੀਡਾ ਆਉਂਦੀ ਹੈ, ਇਲੈਕਸ਼ਨ ਡੇ ਤੋਂ ਪਹਿਲਾਂ ਹੀ ਜਿਹੜੀ ਗਿਣਤੀ ਉੱਥੇ ਸ਼ੁਰੂ ਹੋ ਜਾਂਦੀ ਹੈ। 16 ਸਟੇਟਾਂ ਉਹ ਹੈ ਜਿਨ੍ਹਾਂ 'ਚ ਕਾਊਂਟਿੰਗ ਜਿਹੜੀ ਇਲੈਕਸ਼ਨ ਡੇ ਵਾਲੇ ਦਿਨ ਸ਼ੁਰੂ ਹੁੰਦੀ ਹੈ, ਪਰ ਕਲੋਜ਼ਿੰਗ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਮਤਲਬ ਉਹ ਵੇਟ ਨਹੀਂ ਕਰਦੇ ਵੀ ਜਦ ਤੱਕ ਅਜੇ ਸ਼ਾਮ ਤੱਕ ਰੁਕਣੀ ਆ। ਉਹ ਉੱਧਰ ਵੋਟਾਂ ਪੈਂਦੀਆਂ ਜਾਂਦੀਆਂ ਤੇ ਉੱਧਰ ਗਿਣਨੇ ਵਾਲੇ ਆਪਣਾ ਸ਼ੁਰੂ ਹੋ ਜਾਂਦੇ ਆ। ਨਾਲ ਨਾਲ ਗਿਣਤੀ ਚੱਲੀ ਜਾਂਦੀ ਹੈ, ਵੋਟਾਂ ਜਿਹੜੀਆਂ ਪਈ ਜਾਂਦੀਆਂ ਉਹ ਪੀਪੇ ਲਿਆ ਉਹ ਦੁਬਾਰਾ ਆਪਣੇ ਸਿੱਟੀ ਜਾਂਦੇ ਆ। 17 ਸਟੇਟਾਂ ਉਹ ਜਿਹਦੇ 'ਚ ਵਾਸ਼ਿੰਗਟਨ ਆਉਂਦੀ ਹੈ ਕਿ ਜਿਹੜੇ ਕਾਊਂਟਿੰਗ ਆ ਉਹ ਆਪਣੀ ਜਿਹੜੀ ਆਖਰੀ ਟਾਈਮ ਆ ਜਿਹੜਾ ਜਦੋਂ ਕਲੋਜ਼ ਹੁੰਦੀ ਆ ਉਹ ਤੋਂ ਬਾਅਦ ਸ਼ੁਰੂ ਕਰਦੇ ਆ। ਫਿਰ ਅੱਗੇ ਬਹੁਤ ਵੱਡਾ ਦੇਸ਼ ਹੈ, ਈਸਟ ਵੈਸਟ ਵੱਲ ਨੂੰ ਫੈਲਿਆ ਹੋਇਆ, ਤਾਂ ਕਰਕੇ ਉੱਥੇ ਟਾਈਮ ਜ਼ੋਨ ਜਿਹੜੇ ਬੜੇ ਅਲੱਗ ਆ। 6 ਟਾਈਮ ਜ਼ੋਨ ਆ, ਜਿਨ੍ਹਾਂ ਵਿੱਚੋਂ 4 ਜਿਹੜੇ ਮੇਜਰ ਟਾਈਮ ਜ਼ੋਨ ਆ, ਮਤਲਬ ਅਲੱਗ-ਅਲੱਗ ਟਾਈਮ ਹੁੰਦਾ 4 ਜਗ੍ਹਾ। ਸੋ ਹੁਣ ਜਿਹੜਾ ਈਸਟ ਵਾਲਾ ਪਾਸਾ ਤੇ ਵੈਸਟ ਵਾਲਾ ਪਾਸਾ ਲੇਟ ਆ ਉਹਨਾਂ ਤੋਂ। ਈਸਟ ਵਾਲੇ ਪਾਸੇ ਹਜੇ ਵੈਸਟ ਵਾਲੇ ਪਾਸੇ ਹਜੇ ਸ਼ੁਰੂ ਹੁੰਦੀ ਹੈ, ਤੇ ਈਸਟ ਵਾਲੇ ਪਾਸਿਓਂ ਜਿਹੜੀ ਕਾਊਂਟਿੰਗ ਸ਼ੁਰੂ ਹੋ ਕੇ ਰਿਜ਼ਲਟ ਆਉਣੇ ਵੀ ਸ਼ੁਰੂ ਹੋ ਜਾਂਦੇ। ਕਈ ਵਾਰ ਇਹ ਹਾਲਾਤ ਬਣ ਜਾਂਦੇ, ਤਾਂ ਕਰਕੇ ਉੱਥੇ ਇਹ ਕੰਪਲੀਕੇਸ਼ਨਸ ਆ ਜਾਂਦੀਆਂ ਵੀ ਇਲੈਕਸ਼ਨ ਜਿਹੜਾ ਇੱਕੋ ਟਾਈਮ ਪਰ ਜਿਹੜਾ ਰਿਜ਼ਲਟ ਆ ਸਾਰੇ ਦੇਸ਼ ਦੇ ਉਹ ਆਉਂਦੇ ਨਹੀਂ। ਹੁਣ ਜਿਹੜੀਆਂ ਮੇਲ ਇਨ ਵੋਟਾਂ ਹੈ ਇਹਦੇ ਵਿੱਚ ਇਹਨਾਂ ਦੇ ਵੀ ਅਲੱਗ-ਅਲੱਗ ਰੂਲ ਆ। ਕਈ ਸਟੇਟਾਂ ਤਾਂ ਅਲਾਓ ਕਰਦੀਆਂ ਕਿ ਜੇ ਤੁਸੀਂ ਅਪਲਾਈ ਕਰੋਗੇ, ਜੇ ਤੁਸੀਂ ਕੋਈ ਰੀਜ਼ਨ ਦਿੰਦੇ ਆ ਵੀ ਸਾਤੇ ਆ ਨਹੀਂ ਜੀ ਹੋਣਾ, ਸਾਨੂੰ ਉਹ ਫਾਰਮ ਭੇਜ ਦਿਓ, ਅਸੀਂ ਆਪਣੀ ਵੋਟ ਆ ਜਿਹੜੀ ਉਹ ਭਰ ਕੇ ਤੁਹਾਨੂੰ ਮੇਲ ਕਰ ਦਿੰਦੇ ਆ। ਉਹਨਾਂ ਦੇ ਵਿੱਚ ਤੁਹਾਡੀ ਰਿਕੁਐਸਟ ਕਰਨ ਤੋਂ ਬਾਅਦ ਤੁਹਾਨੂੰ ਭੇਜੇ ਜਾਂਦੇ ਆ ਉਹ। ਅਤੇ ਤੁਸੀਂ ਜਿਵੇਂ ਉਹਦੇ 'ਚ ਕੋਲੋਰਾਡੋ ਆ ਜਾਂਦਾ, ਹਵਾਈ ਆ ਜਾਂਦਾ, ਓਰੇਗਨ ਆ ਜਾਂਦਾ, ਵਾਸ਼ਿੰਗਟਨ ਆ ਜਾਂਦਾ। ਇਹ ਜਿਹੜੀਆਂ ਸਟੇਟਾਂ ਜਿਹੜੀਆਂ ਮੈਂ ਦੱਸੀਆਂ, ਇੱਥੇ ਹਰੇਕ ਨੂੰ ਅਸਲ ਦੇ ਵਿੱਚ ਹਰੇਕ ਨੂੰ ਆਪਸ਼ਨ ਆਉਂਦੀ ਹੈ ਕਿ ਜਿਹੜਾ ਵੀ ਬੰਦਾ ਰਜਿਸਟਰ ਆ ਉਹਦੇ ਘਰ ਚਿੱਠੀ ਆ ਜਾਂਦੀ ਹੈ ਕਿ ਜੇ ਤਾਂ ਤੁਸੀਂ ਇਹ ਭਰ ਕੇ ਭੇਜਣਾ ਤਾਂ ਵੀ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਆ ਕੇ ਵੋਟ ਕਰਨੀ ਹੈ ਤਾਂ ਵੀ ਤੁਹਾਡੀ ਮਰਜ਼ੀ ਹੈ। ਪਰ ਕਈ ਸਟੇਟਾਂ ਦੇ ਵਿੱਚ ਜੇ ਤੁਸੀਂ ਮੰਗੋਗੇ ਤਾਂ ਤੁਹਾਨੂੰ ਉਹ ਫਾਰਮ ਭੇਜਣਗੇ, ਨਹੀਂ ਉਹਨਾਂ ਨੇ ਭੇਜਣਾ ਨਹੀਂ ਹੈਗਾ। ਉਸ ਤੋਂ ਬਾਅਦ ਐਡਵਾਂਸ ਪੋਲਿੰਗ ਆ ਲਗਭਗ ਹਰੇਕ ਸਟੇਟ, ਜਿਵੇਂ ਦੱਸਿਆ ਕਿ ਜੇ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਐਡਵਾਂਸ ਦੇ ਵਿੱਚ ਵੋਟਿੰਗ ਕਰਨੀ ਚਾਹੁੰਦੇ ਆ ਉਹ ਸੈਂਟਰ ਬਣਾ ਦਿੰਦੇ ਆ। ਕਿਤੇ ਵੀ ਬਣਾਇਆ ਜਾ ਸਕਦਾ ਸੈਂਟਰ, ਉੱਥੇ ਜਾ ਕੇ ਤੁਸੀਂ ਪਹਿਲਾਂ ਵੀ ਜਿਹੜੀ ਉਹ ਵੋਟਿੰਗ ਕਰ ਸਕਦੇ ਆ। ਕਈ ਸਟੇਟਾਂ ਦੇ ਵਿੱਚ 20 ਦਿਨ ਪਹਿਲਾਂ ਸ਼ੁਰੂ ਕਰ ਲੈਂਦੇ ਆ ਐਡਵਾਂਸ ਲੈਣੇ, ਅਤੇ ਕਈ ਸਟੇਟਾਂ ਦੇ ਰੂਲ ਆ ਵੀ ਉਹ 40 ਦਿਨ ਪਹਿਲਾਂ ਤੋਂ ਵੀ ਜਿਹੜੀ ਐਡਵਾਂਸ ਪੋਲਿੰਗ ਉਹ ਸ਼ੁਰੂ ਕਰਾ ਲੈਂਦੇ। ਅਤੇ ਉਹ ਜਿਹੜੀਆਂ ਹੁਣ ਮੇਲ ਹੋ ਕੇ ਆਉਣੀਆਂ, ਜਿਵੇਂ ਪਹਿਲਾਂ ਵੀ ਦੱਸਿਆ ਪੈਨਸਿਲਵੇਨੀਆ ਦਾ ਜਿਹੜਾ ਰੌਲਾ ਪੈਂਦਾ ਕਿ 3 ਦਿਨਾਂ ਤੱਕ ਇਲੈਕਸ਼ਨ ਤੋਂ ਬਾਅਦ ਤੱਕ ਵੀ ਜਿਹੜੀ ਵੋਟ ਆ ਗਈ, ਜਿਹੜੀ ਬੈਲਟ ਆ ਗਿਆ ਉਹ ਗਿਣਿਆ ਜਾਊਗਾ। ਪਰ ਜਿਹੜੀ ਉਹਦੇ ਪਰ ਸਟੈਂਪ ਆ ਜਿਹੜੀ ਉਹ ਇਲੈਕਸ਼ਨ ਡੇ ਦੇ 5 ਵਜੇ ਤੋਂ ਪਹਿਲਾਂ ਦੀ ਜਿਹੜੀ ਲੱਗੀ ਵੀ ਚਾਹੀਦੀ ਹੈ। ਤਾਂ ਹੀ ਉਹਦਾ ਰੌਲਾ ਜਿਹੜਾ ਟਰੰਪ ਸਾਹਿਬ ਹੁਣ ਪਾ ਰਹੇ ਆ ਵੀ ਹਰੇਕ ਜਿਹੜੀ ਵੋਟ ਆ ਉਹਦੀ ਵੈਲਿਡਿਟੀ ਜਿਹੜੀ ਚੈੱਕ ਹੋਣੀ ਚਾਹੀਦੀ ਹੈ, ਵੀ ਬਾਅਦ ਵਾਲੀਆਂ ਕਿਤੇ ਐਕਸੈਪਟ ਕਰਕੇ ਮੈਨੂੰ ਹਰਾਇਆ ਨਾ ਜਾ ਰਿਹਾ ਹੋਵੇ। ਨਾਰਥ ਕੈਰੋਲਾਈਨਾ
ਕੈਰੋਲਿਨਾ ਜਿਹੜਾ ਸਭ ਤੋਂ ਜ਼ਿਆਦਾ ਕੰਪਲਿਕੇਟਡ ਆਪਾਂ ਕਹਿ ਦਈਏ ਕਿ ਉੱਥੇ ਜਿਹੜੀ ਵੋਟਿੰਗ ਆ ਉਹ 5 ਮੰਗਲਵਾਰ ਪਹਿਲਾਂ ਸ਼ੁਰੂ ਹੋ ਜਾਂਦੀ ਆ। ਹਜੇ ਵੋਟਾਂ 5 ਮੰਗਲਵਾਰ ਬਾਅਦ ਪੈਣੀਆਂ, ਮਤਲਬ ਸਵਾ ਮਹੀਨਾ ਪਹਿਲਾਂ ਹੀ ਉਹ ਵੋਟਾਂ ਲੈਣੀਆਂ ਸ਼ੁਰੂ ਕਰ ਦਿੰਦੇ ਆ। ਜਿਹੜੀ ਚੱਲਦੀਆਂ ਮੇਲ ਜਿਹੜੀਆਂ ਉਹ 9 ਦਿਨ ਬਾਅਦ ਤੱਕ ਦੀਆਂ ਵੋਟਾਂ ਉਹ ਲੈ ਸਕਦੇ। ਸੋ ਕਦ ਤੋਂ ਸ਼ੁਰੂ ਹੋਈ ਵੋਟਿੰਗ, ਪਹਿਲਾਂ ਤਾਂ ਵੋਟਾਂ ਪੈਣ ਨੂੰ ਇੰਨੇ ਦਿਨ ਲੱਗੇ, ਤਾਂ ਹੀ ਫਿਰ ਗਿਣਤੀ ਵੀ ਇੰਨੇ ਦਿਨੇ ਭਾਈ ਚੱਲਦੀ ਹੈ ਬਾਅਦ ਦੇ ਵਿੱਚੋਂ। ਅਤੇ 9 ਦਿਨ ਬਾਅਦ ਤੱਕ ਦੀ ਉਹ ਜਿਹੜੀ ਮੇਲ ਆ ਉਹ ਲੈਂਦੇ ਆ। ਪਰ ਉਹੀ ਜਿਹੜੀ ਸਟੈਂਪ ਆ ਉਹਦੇ ਉੱਪਰ ਉਹ ਜਿਹੜੀ ਇਲੈਕਸ਼ਨ ਡੇ ਦੀ ਲੱਗੀ ਹੋਣੀ ਚਾਹੀਦੀ ਹੈ। ਤੁਸੀਂ ਪੋਸਟ ਉਹ ਇਲੈਕਸ਼ਨ ਡੇ ਵਾਲੇ ਦਿਨ ਕਰਨੀ ਹੈ। ਤੁਹਾਡੀ ਪਹੁੰਚਦੀ ਚਿੱਠੀ ਨੂੰ ਚਾਹੇ 9 ਦਿਨ ਲੱਗ ਜਾਣ ਤਾਂ ਵੀ ਕੋਈ ਚੱਕਰ ਨਹੀਂ, ਤੁਹਾਡੀ ਵੋਟ ਆ ਜਿਹੜੀ ਉਹ ਗਿਣੀ ਜਾਊਗੀ। ਨੇਵਾਡਾ ਜਿੱਥੇ ਹੁਣ 6 ਸੀਟਾਂ ਦਾ ਜਿਹੜਾ ਉੱਥੇ ਚੱਲਦੀ ਹੈ ਹਜੇ ਵੀ ਗਿਣਤੀ, ਉੱਥੇ 7 ਦਿਨ ਬਾਅਦ ਤੱਕ ਦੀਆਂ ਜਿਹੜੀਆਂ ਵੋਟਾਂ ਲਈਆਂ ਜਾਂਦੀਆਂ, ਤਾਂ ਹੀ ਅਜੇ ਗਿਣਤੀ ਚੱਲੀ ਜਾਂਦੀ ਹੈ। 7ਵੇਂ ਦਿਨ ਤੱਕ ਜਿਹੜੀ ਵੋਟ ਆਉਣੀ ਆ ਉਹ ਵੀ ਉਹਨਾਂ ਨੇ ਗਿਣਨੀ ਹੈ। ਫਿਰ ਉਹਨਾਂ ਨੇ ਕਿਤੇ ਜਾ ਕੇ ਜਿਹੜਾ ਫਾਈਨਲ ਰਿਜ਼ਲਟ ਆ ਉਹ ਡਿਕਲੇਅਰ ਕਰਨਾ। ਅਤੇ ਉਹਦੇ ਵਿੱਚ ਉਹ 7 ਦਿਨ ਤੱਕ ਲੈਂਦੇ ਆ। ਨੇਵਾਡਾ ਦਾ ਵੀ ਤੁਹਾਨੂੰ ਦੱਸ ਦਵਾਂ ਕਿ 7 ਦਿਨ ਤੱਕ ਲੈਂਦੇ ਜੇ ਇਲੈਕਸ਼ਨ ਡੇ ਦੀ ਸਟੈਂਪ ਲੱਗੀ ਵੀ ਆ। ਪਰ ਪਹਿਲੇ 3 ਦਿਨ ਉਹ ਆ, ਬੇਸ਼ੱਕ ਸਟੈਂਪ ਨਾ ਵੀ ਹੋਵੇ ਤਾਂ ਵੀ ਲੈ ਲੈਂਦੇ ਆ। ਉਹ ਪਹਿਲੇ 3 ਦਿਨ ਦੇ ਵਿੱਚ ਜੇ ਮੇਲ ਪਹੁੰਚ ਗਈ ਤਾਂ ਤੁਹਾਡੀ ਉਹ ਐਕਸੈਪਟ ਹੋਊਗੀ, ਬੇਸ਼ੱਕ ਉਹਦੇ ਪਰ ਸਟੈਂਪ ਜਿਹੜੀ ਨਾ ਵੀ ਹੋਵੇ। ਜਾਰਜੀਆ 'ਚ ਜਿਵੇਂ ਮੇਲ ਐਕਸੈਪਟ ਆ ਜਿਹੜੀ ਉਹ ਇਲੈਕਸ਼ਨ ਡੇ ਤੱਕ ਹੀ ਉਹ ਕਰਦੇ ਆ ਜੀ। ਹੁਣ ਅੱਗੇ ਆਉਂਦੀ ਆ ਇਹ ਮੇਲ ਇਨ ਦਾ ਤਾਂ ਜਿਹੜਾ ਰੌਲਾ ਹੈਗਾ ਵੀ ਹੁਣ ਜਿਹੜੀਆਂ, ਜਿਵੇਂ ਪਹਿਲਾਂ ਸਮਝਾਇਆ ਵੀ ਜਿਹੜੀਆਂ 10 ਦਿਨ ਤੱਕ ਚਿੱਠੀਆਂ ਆਉਣੀਆਂ, ਜਦ ਤੱਕ ਉਹ ਨਹੀਂ ਗਿਣ ਹੁੰਦੀਆਂ ਉਦੋਂ ਤੱਕ ਜਿਹੜਾ ਰਿਜ਼ਲਟ ਆ ਉਹ ਡਿਕਲੇਅਰ ਨਹੀਂ ਕਰਿਆ ਜਾ ਸਕਦਾ। ਇਹ ਜਿਹੜੀ ਸੀਟਾਂ ਦੀ ਕਾਊਂਟਿੰਗ ਇਹ ਹੁਣ ਲੱਗ ਜਾਂਦੀ ਹੈ ਵੀ ਜਦੋਂ ਜ਼ਿਆਦਾ ਫਰਕ ਪੈ ਗਿਆ, ਪਤਾ ਵੀ ਹੁਣ ਜਿਹੜੀਆਂ 5-7 ਦਿਨ ਜਿਹੜੀਆਂ ਆਉਣੀਆਂ ਉਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਰਿਜ਼ਲਟ ਨੂੰ, ਤਾਂ ਕਰਕੇ ਉਹ ਪਹਿਲਾਂ ਹੀ ਆਪਣੇ ਖਾਤੇ ਦੇ ਵਿੱਚ ਗਿਣਨੀਆਂ ਉਹ ਸ਼ੁਰੂ ਕਰ ਦਿੰਦੇ ਆ। ਰਿਜ਼ਲਟਾਂ ਜਿਹੜੇ ਆਪਣੇ ਤੌਰ ਦੇ ਉੱਤੇ ਮੀਡੀਆ ਡਿਕਲੇਅਰ ਕਰਨਾ ਸ਼ੁਰੂ ਕਰ ਦਿੰਦਾ, ਪਰ ਅਫੀਸ਼ੀਅਲ ਹਜੇ ਰਿਜ਼ਲਟ ਨਹੀਂ ਆਉਂਦਾ ਜਦ ਤੱਕ ਉਹ ਫਾਈਨਲ ਕਾਊਂਟਿੰਗ ਹੁੰਦੀ ਨਹੀਂ। ਰੀਕਾਊਂਟਿੰਗ ਦੇ ਆਪਣੇ ਉੱਥੇ ਆਟੋਮੈਟਿਕ ਰੀਕਾਊਂਟਿੰਗ ਹੁੰਦੀ ਹੈ ਜੇ ਮਾਰਜਨ ਬਹੁਤ ਨੇੜੇ ਹੋਵੇ। ਉਹਦੇ ਹੁਣ ਫੇਰ ਸਟੇਟ ਦੇ ਜਿਹੜੇ ਆਪਣੇ ਰੂਲ ਆ। ਐਰੀਜ਼ੋਨਾ ਦੇ ਵਿੱਚ ਜੇ 2 ਜਿਹੜੇ ਪਹਿਲੇ ਕੈਂਡੀਡੇਟ ਆ, ਜੇ ਉਹਨਾਂ ਦਾ ਮਾਰਜਨ 0.1%, ਬਹੁਤ ਘੱਟ ਮਾਰਜਨ ਰਹਿ ਗਿਆ, ਤਾਂ ਆਟੋਮੈਟਿਕ ਉੱਥੇ ਰੀਕਾਊਂਟਿੰਗ ਦੁਬਾਰਾ ਕਰਨੀ ਪਊਗੀ। ਜਾਰਜੀਆ ਦੇ ਵਿੱਚ ਜੇ 1% ਤੋਂ ਘੱਟ ਦਾ ਮਾਰਜਨ ਹੈ ਦੋਹੇ ਕੈਂਡੀਡੇਟਾਂ 'ਚ, ਤਾਂ ਉੱਥੇ ਰੀਕਾਊਂਟਿੰਗ ਦੁਬਾਰਾ ਹੋਊਗੀ। ਪੈਨਸਿਲਵੇਨੀਆ ਦੇ ਵਿੱਚ 0.5% ਆ ਤਾਂ ਰੀਕਾਊਂਟਿੰਗ ਹੋਊਗੀ। 0.5% ਆ ਜਾਂ ਉਹ ਤੋਂ ਥੱਲੇ ਆ, ਜਿਹੜਾ ਮਾਰਜਨ ਬਹੁਤ ਨੇੜੇ ਚਲੇ ਗਿਆ, ਤਾਂ ਰੀਕਾਊਂਟਿੰਗ ਜਿਹੜੀ ਉਹ ਕਰਾਉਣਗੇ। ਪੈਨਸਿਲਵੇਨੀਆ ਦਾ ਪਿਛਲੀ ਵਾਰ ਹਿਲੇਰੀ ਕਲਿੰਟਨ ਨੇ ਵੀ ਰੌਲਾ ਪਾਇਆ ਸੀ ਕਿ ਦੁਬਾਰਾ ਰੀਕਾਊਂਟਿੰਗ ਹੋ, ਪਰ ਹੋਈ ਨਹੀਂ ਸੀ ਕਿਉਂਕਿ ਜਿਹੜਾ ਉਹਦਾ ਡਿਫਰੈਂਸ ਸੀ ਉਹ 0.7% ਸੀ। 0.5 ਤੱਕ ਹੁੰਦਾ ਰੀਕਾਊਂਟਿੰਗ ਹੋ ਜਾਣੀ ਸੀ, ਉਹ ਹੋਈ ਨਹੀਂ ਸੀ। ਵਿਸਕੌਨਸਿਨ ਦੇ ਵਿੱਚ 1% ਤੋਂ ਜੇ ਘੱਟ ਦਾ ਫਰਕ ਹੋਵੇ ਤਾਂ ਜਿਹੜੀ ਰੀਕਾਊਂਟਿੰਗ ਉਹ ਹੋ ਜਾਂਦੀ ਹੈ ਜੀ। 2000 ਦੇ ਵਿੱਚ ਇੱਦਾਂ ਹੀ ਫਲੋਰੀਡਾ ਦਾ ਜਿਹੜਾ ਰੌਲਾ ਪਿਆ ਸੀ, 500 ਕੁਛ ਵੋਟਾਂ ਦਾ ਫਰਕ ਸੀ, ਕੋਰਟ ਤੱਕ ਕੰਮ ਚਲੇ ਗਿਆ ਸੀ, ਪਰ ਉਹ ਜਾਰਜ ਡਬਲਿਊ ਬੁਸ਼ ਦੇ ਹੱਕ ਦੇ ਵਿੱਚ ਚਲੇ ਗਿਆ ਸੀ ਫੈਸਲਾ, ਉਹ ਰਾਸ਼ਟਰਪਤੀ ਬਣ ਗਏ ਸੀ। ਸੋ ਇਹ ਹਰੇਕ ਸਟੇਟ ਦਾ ਜਿਹੜਾ ਇੱਥੇ ਆਪਣਾ ਰੂਲ ਹੈ, ਆਪਣੇ ਹਿਸਾਬ ਦੇ ਨਾਲ ਉੱਤੇ ਕਾਊਂਟਿੰਗ ਹੁੰਦੀ ਹੈ, ਆਪਣੇ ਹਿਸਾਬ ਦੇ ਨਾਲ ਵੋਟਿੰਗ ਹੁੰਦੀ ਹੈ। ਸੋ ਉਹਦੇ ਕਰਕੇ ਉਹਨਾਂ ਦੇ ਰਿਜ਼ਲਟਾਂ ਦੇ ਵਿੱਚ ਜਿਹੜੀ ਦੇਰੀ ਆ ਉਹ ਆਉਂਦੀ ਹੈ। ਵਿਸਕੌਨਸਿਨ, ਪੈਨਸਿਲਵੇਨੀਆ ਵੱਡੀਆਂ ਸਟੇਟਾਂ ਹੈ, ਇਹਨਾਂ ਪਰ ਖਾਸ ਨਜ਼ਰ ਰਹਿੰਦੀ ਹੈ। ਅਤੇ ਦੂਜਾ ਇਹ ਆ ਵੀ ਇਹਨਾਂ ਦੀਆਂ ਜਿਹੜੀਆਂ ਮੇਲ ਇਨ ਬੈਲਟਸ ਆ ਉਹਨਾਂ ਨੂੰ ਲੈਣ ਦਾ ਜਿਹੜਾ ਟਾਈਮ ਵੀ ਅੱਗੇ ਕਾਫੀ ਹੈ, ਤਾਂ ਕਰਕੇ ਉਨੇ ਦਿਨਾਂ ਤੱਕ ਜਿਹੜੇ ਰਿਜ਼ਲਟ ਆ ਉਹ ਰੋਕੇ ਜਾਂਦੇ। ਜਿਹੜੇ ਹੁਣ ਆ ਵੀ ਰਹੇ ਆ ਅਫੀਸ਼ੀਅਲ ਰਿਜ਼ਲਟ ਨਹੀਂ ਹੁੰਦੇ। ਇਹ ਪਤਾ ਲੱਗ ਜਾਂਦਾ ਵੀ ਹੁਣ ਇੰਨਾ ਫਰਕ ਪੈ ਗਿਆ, ਹੁਣ ਜਿਹੜੀ ਵੋਟਿੰਗ ਆਉਂਦੀ ਆ ਉਹ ਆ ਵੀ ਜਾਵੇ, ਚਾਹੇ ਇੱਕੋ ਬੰਦੇ ਨੂੰ ਸਾਰੀ ਪੈ ਜਾਵੇ, ਤਾਂ ਵੀ ਜਿਹੜਾ ਬਹੁਤਾ ਫਰਕ ਨਹੀਂ ਪੈਣਾ। ਸੋ ਇਹ ਮੇਨ ਕਾਰਨ ਹੈ, ਜਿਹੜਾ ਬੜਾ ਕੰਪਲੀਕੇਟਡ ਇਹ ਸਿਸਟਮ ਹੈ US ਦੀ ਜਿਹੜੀ ਵੋਟਿੰਗ ਦਾ, ਇਲੈਕਸ਼ਨ ਦਾ, ਜਿਹਦੇ ਕਰਕੇ ਇੰਨਾ ਟਾਈਮ ਆ ਜਿਹੜਾ ਇਹ ਗਿਣਤੀ ਨੂੰ ਲੱਗਦਾ। ਖਾਸ ਤੌਰ 'ਤੇ ਜਿਹੜੇ ਇੰਨਾ ਕਲੋਜ਼ ਕੰਟੈਸਟ ਜਿਹੜਾ ਹੁਣ ਹੋਇਆ, ਉਹਦੇ ਕਰਕੇ ਕਿ ਐਂਡ ਤੱਕ ਜਿਹੜੀ ਨਿਗਾਹ ਉਹ ਰੱਖੀ ਜਾਂਦੀ। ਜੇ ਬਹੁਤਾ ਡਿਫਰੈਂਸ ਹੁੰਦਾ, ਜ਼ਿਆਦਾ ਡਿਫਰੈਂਸ ਪਿਆ ਹੁੰਦਾ ਦੋਵੇਂ ਜਿਹੜੇ ਉਮੀਦਵਾਰ ਸੀ, ਫਿਰ ਤਾਂ ਚਲੋ ਡਿਕਲੇਅਰ ਹੋ ਜਾਣਾ ਸੀ, ਪਰ ਕਈ ਜਗ੍ਹਾ ਬਹੁਤ ਨੇੜੇ ਸੀ, ਤਾਂ ਕਰਕੇ ਇੰਨੇ ਦਿਨ ਵੇਟ ਕੀਤੀ ਗਈ। ਅਤੇ ਹੁਣ ਬਾਈਡਨ ਸਾਹਿਬ ਨੂੰ ਜਿਹੜਾ ਰਾਸ਼ਟਰਪਤੀ ਐਲਾਨ ਹੈ ਦਿੱਤਾ ਗਿਆ ਜੀ। ਬਾਕੀ ਹਜੇ 14 ਦਸੰਬਰ ਤੱਕ ਚੱਲਣਾ ਕੰਮ। ਸੋ ਇਹ ਸੀ ਜੀ ਮੇਨ ਕਾਰਨ ਜਿਹੜਾ ਬਣਦਾ ਅਮਰੀਕਾ ਦੇ ਵਿੱਚ ਗਿਣਤੀ ਦਾ, ਜਿਹੜੀ ਇੰਨੀ ਲੰਬੀ ਚੱਲਦੀ ਹੈ। ਧੰਨਵਾਦ।